बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक हो गए। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं रावलपिंडी दे विच एक ऐसा दिलखराश वाक़या पेश आया जिन्हों सुन के रूह कंब जाती है। यकीन करो कि इंसानी जिस्म के टुकड़े करके ਉਹਦੇ ਟੁਕੜਿਆਂ ਨੂੰ ਫਿਰ ਆ ਜਿਹੜਾ ਸਾਬਣ ਵਾਲਾ ਕੜਾਇਆ ਹੁੰਦਾ ਉਹਦੇ ਵਿੱਚ ਪਕਾਇਆ ਗਿਆ। ਪਕਾ ਕੇ ਫਿਰ ਉਹਦਾ ਸਮਝੋ ਕਿ ਜਿਸਮ ਦੀ ਚਰਬੀ ਬਣਾਈ ਗਈ ਔਰ ਉਸ ਚਰਬੀ ਨੂੰ ਫਿਰ ਸਾਬਣ ਦੇ ਵਿੱਚ ਇਸਤੇਮਾਲ ਕੀਤਾ ਗਿਆ। ਉਸ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ ਰਾਵਲਪਿੰਡੀ ਦੇ ਵਿੱਚ ਇੱਕ ਮਹੱਲਾ ਕਰੀਮਪੁਰਾ ਉੱਥੇ ਦਾ ਆ। ਤੇ ਰਾਵਲਪਿੰਡੀ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਆ ਇਸ ਮਹੱਲੇ ਦੇ ਵਿੱਚ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਹੁੰਦਾ ਸ਼ੇਖ ਮੁਹੰਮਦ ਅਸ਼ਰਫ। ਸ਼ੇਖ ਮੁਹੰਮਦ ਅਸ਼ਰਫ ਜਿਹੜੇ ਨੇ ਰਾਵਲਪਿੰਡੀ ਦੇ ਬਹੁਤ ਬੜੇ ਪ੍ਰਾਈਜ਼ ਬੌਂਡ ਦੇ ਡੀਲਰ ਨੇ। ਪ੍ਰਾਈਜ਼ ਬੌਂਡ ਦਾ ਕਾਰੋਬਾਰ ਕਰਦੇ, ਪ੍ਰਾਈਜ਼ ਬੌਂਡ ਖਰੀਦਦੇ ਨੇ ਔਰ ਵੇਚਦੇ ਨੇ ਤੇ ਚੰਗੇ ਅਮੀਰ ਤਰੀਨ ਦੱਸਦੇ ਨੇ आदमी ने। बड़े मशहूर असरो रसूख वाले आदमी ने। इन्हां दा एक बेटा हुंदा मोहसन, उहदी उम्र हुंदी 35 साल। वह भी शादीशुदा, उहदे बच्चे भी हैं। ते मोहसन अपने बाप दे नाल ही कारोबार करदा, दोनों रल के ही कारोबार करदे ने। 25 दसंबर नूं शेख मुहम्मद अकरम जिहड़ा रावलपिंडी थाणा सिटी दे विच जांदा, FIR दर्ज करांदा कि मेरा बेटा कल दा मिल नहीं रहा। असी बड़ा तलाश किया, कोई उहदा आता पता नहीं हैगा भी ओह किधर गया। ते पुलिस ने अगवा दा परचा दर्ज कर लिया। पुलिस ने जिस वेले अगवा दा परचा दर्ज कर लिया उस तो बाद उन्हें तहकीकात दा आगाज कर दिता। सब तो पहला ओह प्राइज बॉन्ड वाली दुकान ते पुलिस जाती आ, जाके वेखदी आ कि उत्थे किदां CCTV कैमरिਆਂ ਦੇ ਜ਼ਰੀਏ ਮਦਦ ਲੈਂਦੀ ਆ कि किधर ਨੂੰ ਗਿਆ, किवें ਗਿਆ। ਤੇ ਫਿਰ ਉੱਥੇ ਆਸ-ਪਾਸ ਲੋਕਾਂ ਕੋਲੋਂ ਪੁੱਛਿਆ, ਕਿਸੇ ਨੇ ਜਾਂਦਾ ਵੇਖਿਆ ਹੋਵੇ। ਫਿਰ ਪੁਲਿਸ CDR ਵੇਖਦੀ ਆ, ਫਿਰ ਮੋਬਾਈਲ ਚੈੱਕ ਕਰਕੇ ਦੇਖਦੀ ਆ ਕਿ ਆਖਰੀ ਕਾਲ ਕਿਹੜੇ ਬੰਦੇ ਦੇ ਨਾਲ ਇਹਦੀ ਹੁੰਦੀ ਆ। ਤੇ ਵਾਲਦ ਸਾਹਿਬ ਨੂੰ ਪੁੱਛਦੇ ਨੇ ਕਿ ਇਹ ਤੁਹਾਨੂੰ ਕੀ ਦੱਸ ਕੇ ਗਿਆ ਤੇ ਕਿੱਧਰ ਗਿਆ। ਵਾਲਦ ਸਾਹਿਬ ਨੇ ਦੱਸਿਆ ਕਿ ਇਹਨੇ ਮੈਨੂੰ ਇੰਨਾ ਕੁ ਦੱਸਿਆ ਕਿ ਮੈਨੂੰ 45 ਲੱਖ ਰੁਪਈਆ ਚਾਹੀਦਾ ਕਿ ਪਾਪਾ ਮੇਰੀ ਇੱਕ ਡੀਲ ਹੋ ਰਹੀ ਆ ਤੇ ਮੈਂ ਪ੍ਰਾਈਜ਼ ਬੌਂਡ ਲੈਣ ਚੱਲਾ। ਬਸ ਇੰਨੀ ਗੱਲ ਦਾ ਮੈਨੂੰ ਪਤਾ, ਅੱਗੇ ਨਹੀਂ ਮੈਨੂੰ ਪਤਾ ਵੀ ਉਹ ਕਿੱਥੇ ਗਿਆ, ਕਿਵੇਂ ਹੋਇਆ। ਤੇ ਪੁਲਿਸ ਨੇ ਫਿਰ ਆਖਰੀ ਟਾਈਮ ਤੇ ਮੋਬਾਈਲ ਕਾਲ ਜਿਹਦੇ ਨਾਲ ਚੰਗੀਆਂ ਲੰਬੀਆਂ ਕੀਤੀਆਂ ਕਾਲਾਂ, ਕਾਫੀ ਉਸ ਬੰਦੇ ਨੂੰ ਟਰੇਸਿਆ। ਪੁਲਿਸ ਉਸ ਬੰਦੇ ਨੂੰ ਟਰੇਸ ਕੇ ਜਦ ਦੇਖਿਆ, ਉਹਦੀ ਲੋਕੇਸ਼ਨ ਤੇ ਪਹੁੰਚਦੀ ਆ, ਪੁਲਿਸ ਉਸ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੀ ਆ। ਉਸ ਬੰਦੇ ਦਾ ਨਾਮ ਹੁੰਦਾ ਮਹਿਰ ਅਲੀ। ਪੁਲਿਸ ਮਹਿਰ ਅਲੀ ਨੂੰ ਕਹਿੰਦੀ ਆ ਜਾਓ ਜੀ, ਤੁਹਾਡੀ ਥੋੜੀ ਜਿਹੀ ਸੇਵਾ ਕਰਦੇ ਆ, ਥਾਣੇ ਚੱਲਦੇ ਆ, ਉੱਥੇ ਤੁਹਾਡੀ ਨਾ ਪੁੱਛਗਿੱਛ ਥੋੜੀ ਜਿਹੀ ਕਰ ਰਹੀ ਆ। ਤੇ ਮਹਿਰ ਅਲੀ ਨੂੰ ਥਾਣੇ ਲੈ ਜਾਂਦੀ। ਜਿਸ ਵੇਲੇ ਪੁਲਿਸ ਉਹਦੇ ਛਿੱਤਰ ਮਾਰਦੀ ਆ ਤੇ ਉਹ ਮੰਨ ਜਾਂਦਾ। ਮਹਿਰ ਅਲੀ ਉਹ ਸਾਰੀਆਂ ਗੱਲਾਂ ਮੰਨ ਜਾਂਦਾ। ਮਹਿਰ ਅਲੀ ਦਾ ਇੱਕ ਆਪਣਾ ਸਾਬਣ ਦਾ ਕਾਰਖਾਨਾ ਹੁੰਦਾ। ਮਹਿਰ ਅਲੀ ਇਹਦੇ ਸਕੀ ਖਾਲਾ ਦਾ ਬੇਟਾ ਸੀ ਮੋਹਸਨ ਦਾ, ਤੇ ਇਹ ਦੋਨੋਂ ਯਾਨੀ ਆਪਸ ਵਿੱਚ ਹੀ ਬਸਾਤ ਲੱਗਦੇ ਸੀ। ਤੇ ਇਹ ਜਗ੍ਹਾ ਮੋਹਸਨ ਜਿਹੜਾ ਸੀ ਪੈਸੇ ਵਾਲਾ ਸੀ ਤੇ ਉਹ ਦੱਸਦਾ ਮਹਿਰ ਅਲੀ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਤੇ ਮੈਨੂੰ ਪਤਾ ਸੀ ਇਹਨਾਂ ਦੇ ਕੋਲ ਪੈਸੇ ਨੇ ਤੇ ਮੈਂ ਇਹਨੂੰ ਫੋਨ ਕਰਕੇ ਆਪਣੇ ਕੋਲ ਬੁਲਵਾਇਆ। ਇਹਨੂੰ ਝਾਂਸਾ ਦਿੱਤਾ ਕਿ ਇੱਕ ਬੰਦੇ ਕੋਲ ਪ੍ਰਾਈਜ਼ ਬੌਂਡ ਬਹੁਤ ਪਏ ਨੇ ਤੇ ਮੈਂ ਤੈਨੂੰ ਲੈ ਕੇ ਦਿੰਦਾ, 45 ਲੱਖ ਰੁਪਈਆ ਲੈ ਕੇ ਆ ਜਾ। ਤੇ ਕਹਿੰਦਾ ਜਿਸ ਵੇਲੇ ਇਹ 45 ਲੱਖ ਰੁਪਈਆ ਲੈ ਕੇ ਮੇਰੇ ਕੋਲ ਫੈਕਟਰੀ ਪਹੁੰਚ ਗਿਆ, ਮੈਂ ਇਹਨੂੰ ਪੁੱਛਿਆ ਕਿ ਪੈਸੇ ਤੂੰ ਲੈ ਆਇਆ? ਇਹਨੇ ਕਿਹਾ ਹਾਂਜੀ ਮੈਂ ਲੈ ਆਇਆ। ਉਹਨੇ ਕਿਹਾ ਰਸਤੇ 'ਚ ਕੋਈ ਮਸਲਾ ਤਾਂ ਨਹੀਂ ਬਣਿਆ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਕਿੱਥੇ ਉਹ ਪੈਸੇ? ਉਹਨੇ ਕਿਹਾ ਮੇਰੇ ਕੋਲ ਨੇ। ਤੇ ਕਹਿੰਦਾ ਮੈਂ ਆਏ ਨੂੰ ਸਭ ਤੋਂ ਪਹਿਲਾਂ ਇੱਕ ਚਾਹ ਦਾ ਕੱਪ ਆਇਆ, ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਇੱਕ ਹੋਰ ਚਾਹ ਦਾ ਕੱਪ ਪੀ ਲਾ। ਉਹ ਕਹਿੰਦਾ ਲੈ ਆ। ਉਹ ਇਹ ਚਾਹ ਦਾ ਬੜਾ ਸ਼ੌਕੀਨ ਸੀ। ਕਹਿੰਦਾ ਫਿਰ ਜਦ ਤੂੰ ਦੂਸਰੀ ਦਫਾ ਚਾਹ ਦਾ ਕੱਪ ਲਿਆਂਦਾ ਉਹਦੇ ਵਿੱਚ ਨਸ਼ਾ ਆਵਰ ਕੋਈ ਗੋਲੀ ਸੁੱਟ ਦਿੱਤੀ ਤੇ ਜਿਸ ਵੇਲੇ ਉਹਨੇ ਚਾਹ ਪੀਤੀ ਤੇ ਉਹ ਬੇਹੋਸ਼ ਹੋ ਗਿਆ। ਤੇ ਕਹਿੰਦਾ ਮੈਂ ਫਿਰ ਮਹਿਰ ਅਲੀ ਜਿਹੜਾ ਇਹਦੀ ਖਾਲਾ ਦਾ ਸਕਾ ਬੇਟਾ ਸੀ ਤੇ ਉਹਨੇ ਕਿਹਾ ਕਿ ਮੈਂ ਚਾਕੂ ਕੱਢਿਆ ਤੇ ਚਾਕੂ ਕੱਢ ਕੇ ਤੇ ਉਹਨੂੰ ਚਾਕੂਆਂ ਦੇ ਨਾਲ ਹਲਾਕ ਕਰ ਦਿੱਤਾ। ਉਹਦੇ ਉੱਤੇ ਕਈ ਵਾਰ ਕੀਤੇ ਚਾਕੂਆਂ ਦੇ। ਤੇ ਉਸ ਤੋਂ ਬਾਅਦ ਉਹਦੇ ਜਿਸਮ ਦੇ ਮੈਂ ਟੁਕੜੇ ਕੀਤੇ। ਉਹਦੇ ਜਿਸਮ ਦੇ ਫਿਰ ਟੁਕੜਿਆਂ ਨੂੰ ਮੈਂ ਆਪਣੇ ਸਾਬਣ ਵਾਲੇ ਕੜਾਏ ਦੇ ਵਿੱਚ ਪਾਇਆ, ਜਿਹਦੇ ਵਿੱਚ ਜਾਨਵਰਾਂ ਦੀਆਂ ਬਾਕੀਆਤ ਵਗੈਰਾ, ਲਾਸ਼ਾਂ, ਆਂਦਰਾਂ ਵਗੈਰਾ ਇਹ ਉਹ
ਪਗਰਾਉਂਦੇ ਨੇ, ਪਗਰਾ ਕੇ ਤੇ ਫਿਰ ਉਹ ਚਰਬੀ ਬਣਾਉਂਦੇ ਨੇ, ਫਿਰ ਉਹ ਚਰਬੀ ਸਾਬਣ ਦੇ ਵਿੱਚ ਪੈਂਦੀ ਆ। ਕਹਿੰਦਾ ਇਹਨੂੰ ਵੀ ਮੈਂ ਚੁੱਕਿਆ, ਟੁਕੜੇ ਟੁਕੜੇ ਕਰਕੇ ਉਸ ਕੜਾਹੇ ਦੇ ਵਿੱਚ ਸੁੱਟ ਦਿੱਤਾ। ਸੁੱਟ ਕੇ ਤੇ ਉਹਨੂੰ ਪਗਲਾਇਆ, ਉਹਦੀ ਚਰਬੀ ਬਣਾਈ ਔਰ ਫਿਰ ਉਹ ਚਰਬੀ ਮੈਂ ਸਾਬਣ ਵਾਲਿਆਂ ਨੂੰ ਵੇਚ ਦਿੱਤੀ। ਤੇ ਇਸ ਤਰ੍ਹਾਂ ਇਹ ਉਸ ਸਾਰੇ ਬੰਦੇ ਨੇ ਉਹ ਸਟੋਰੀ ਦੱਸੀ ਕਿ ਮੈਂ ਇਸ ਤਰ੍ਹਾਂ ਕੀਤਾ। ਪੁਲਿਸ ਨੇ ਫਿਰ ਉਹਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਆ ਪਰਸੋਂ ਦੀ ਗੱਲ ਆ ਕਿ ਉਹ ਜਿਹੜਾ ਮੋਹਸਨ ਸੀ ਉਹ ਕਲਟਸ ਗੱਡੀ ਤੇ, ਇਹ ਪਰਸੋਂ ਦੀ ਗੱਲ ਆ ਕਿ ਉਹ ਜਿਹੜਾ ਮਹਿਰ ਅਲੀ ਆ ਉਹ ਰਿਕਵਰੀ ਵਾਸਤੇ ਜਾ ਰਿਹਾ ਸੀ ਕਿ ਕਲਟਸ ਗੱਡੀ ਕਿੱਥੇ ਆ ਔਰ ਉਹ ਪੈਸੇ ਕਿੱਥੇ ਨੇ, 45 ਲੱਖ ਰੁਪਈਆ। ਤੇ ਉਹ ਉਹਨਾਂ ਨੂੰ ਪੀਰ ਵਧਾਈ ਵਾਲੀ ਸਾਈਡ ਤੇ ਲੈ ਕੇ ਜਾ ਰਿਹਾ ਸੀ ਰਿਕਵਰੀ ਵਾਸਤੇ, ਵੀ ਉੱਥੇ ਕਲਟਸ ਗੱਡੀ ਵੀ ਆ ਜਾਂ ਪੈਸੇ ਵੀ ਆ ਜੋ ਵੀ। ਤੇ ਉੱਥੇ ਫਿਰ ਰਸਤੇ ਦੇ ਵਿੱਚ ਇਹ ਪੁਲਿਸ ਮੁਕਾਬਲਾ ਹੋ ਜਾਂਦਾ। ਪੁਲਿਸ ਦੱਸਦੀ ਆ ਕਿ ਇਹਦੇ ਸਾਥੀ ਆਏ ਸੀ, ਉਹਨਾਂ ਨੇ ਸਾਡੇ ਤੇ ਆ ਕੇ ਹਮਲਾ ਕੀਤਾ ਔਰ ਫਾਇਰਿੰਗ ਕੀਤੀ। ਉਸ ਫਾਇਰਿੰਗ ਦੀ ਜ਼ਦ ਦੇ ਵਿੱਚ ਆ ਕੇ ਇਹ ਜਿਹੜਾ ਮਹਿਰ ਅਲੀ ਇਹ ਮਾਰਿਆ ਗਿਆ। ਤੇ ਇਹ ਸੀ ਵਾਕਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਸਕੀ ਖਾਲਾ ਦਾ ਬੇਟਾ ਤੇ ਦੂਰ ਦਾ ਵੀ ਰਿਸ਼ਤਾ ਨਹੀਂ ਹੈਗਾ, ਤੇ ਲਾਲਚ ਦੇ ਵਿੱਚ ਆ ਕੇ ਤੇ ਆਪਣੀ ਸਕੀ ਖਾਲਾ ਦੇ ਬੇਟੇ ਮੋਹਸਨ ਨੂੰ ਵਿਚਾਰੇ ਨੂੰ ਚਾਕੂਆਂ ਦੇ ਨਾਲ ਮਾਰ ਦਿੱਤਾ ਔਰ ਫਿਰ ਉਹਨੂੰ ਕੜਾਹੇ ਦੇ ਵਿੱਚ ਸੁੱਟ ਦਿੱਤਾ ਔਰ ਉਹਦੀ ਲਾਸ਼ ਨੂੰ ਫਿਰ ਚਰਬੀ ਬਣਾ ਕੇ ਸਾਬਣ ਦੇ ਵਿੱਚ ਪਾਤਾ ਗਿਆ। ਕਿੱਡਾ ਖੌਫਨਾਕ ਦਰਦਨਾਕ ਵਾਕਿਆ ਯਾਰ, ਕਿੱਡਾ ਉਹ ਸੰਗ ਦਿਲ ਆਦਮੀ ਹੋਏਗਾ ਜਿਹੜਾ 45 ਲੱਖ ਲਾਲਚ ਦੇ ਵਿੱਚ ਆ ਕੇ ਤੇ ਆਪਣੇ ਮਸੇਰ ਨੂੰ ਕਤਲ ਕਰ ਦਿੱਤਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਜ ਕੱਲ ਕੋਈ ਰਿਸ਼ਤਾ ਨਹੀਂ ਹੈਗਾ, ਕੋਈ ਕਿਸੇ ਦਾ ਨਹੀਂ ਹੈਗਾ, ਤੇ ਘਰ ਦਾ ਭੇਤ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਕਿਸੇ ਤੇ ਇਤਮਾਦ ਨਹੀਂ ਕਰਨਾ ਚਾਹੀਦਾ। ਇਹ ਤੋਂ ਇਹੀ ਸਬਕ ਹਾਸਲ ਹੁੰਦਾ ਕਿ ਤੁਹਾਡੇ ਕੋਲ ਜੋ ਚੀਜ਼ ਵੀ ਆ ਬਸ ਉਹ ਕਿਸੇ ਦੇ ਨਾਲ ਉਹਦਾ ਇਜ਼ਹਾਰੇ ਖਿਆਲ ਨਾ ਕਰੋ, ਤੇ ਕੋਈ ਕਿਸੇ ਦਾ ਨਹੀਂ। ਲੇਕਿਨ 5 ਉਂਗਲੀਆਂ ਇੱਕੋ ਜਿਹੀਆਂ ਵੀ ਨਹੀਂ ਹੈਗੀਆਂ, ਸਾਰੇ ਰਿਸ਼ਤੇਦਾਰ ਇੱਕੋ ਜਿਹੇ ਵੀ ਨਹੀਂ ਹੈਗੇ, ਬਹੁਤ ਅੱਛੇ ਵੀ ਹੈ ਨੇ। अल्लाह ताला सब ते रहमत फरमाए। अल्लाह ताला सब नूं अपने हिफ्ज़ो मान च रखे। अस्सलामु अलैकुम व रहमतुल्लाहि व बरकातुहू।